बिस्मिल्लाहिर्रहमानिर्रहीम। सब मुसलमान भाइयों ਨੂੰ अस्सलाम वालेकुम। हकीम मुहम्मद ताहिर महमूद पंजाबी चैनल ਪੈਂਡਾ हिकमत ਦਾ ਤੋਂ ਤੁਹਾਡੇ ਪੇਸ਼ ਖਿਦਮਤ ਹੈ। ਅੱਜ ਮੈਂ ਤੁਹਾਨੂੰ ਭਾਈਆਂ ਨੂੰ ਇਹ ਸ਼ਰੀਨ ਦੇ ਦਰਖਤ ਦੇ ਚੰਦ ਫਵਾਇਦ ਦੱਸਣੇ। ਸ਼ਰੀਨ ਦੇ ਦਰਖਤ ਨੂੰ ਸਭ ਪੰਜਾਬੀ ਜਾਣਦੇ ਆ। ਇਹਦਾ ਜਿਹੜਾ ਦਰਖਤ ਹੈ 60-70 ਫੁੱਟ ਉੱਚਾ ਹੁੰਦਾ ਹੈ। ਇਹਦਾ ਜਿਹੜਾ ਮੁੱਢ ਹੈ ਕਾਫੀ ਮਜ਼ਬੂਤ ਹੁੰਦਾ, ਜਿੱਦਾਂ ਜਿੱਦਾਂ ਉਮਰ ਇਹਦੀ ਵੱਧਦੀ ਹੈ ਉਦਾਂ ਉਦਾਂ ਇਹਦਾ ਮੁੱਢ ਬਹੁਤ ਮਜ਼ਬੂਤ ਹੁੰਦਾ ਜਾਂਦਾ ਤੇ ਦਵਾਈ ਦੇ ਤੌਰ ਤੇ ਦੇਸੀ ਸ਼ਰੀਂ ਇਸਤੇਮਾਲ ਕੀਤਾ ਜਾਂਦਾ। ਇੱਕ ਚਾਈਨਾ ਦਾ ਸ਼ਰੀਂ ਹੁੰਦਾ ਉਹ ਬਿਲਕੁਲ ਇਸਤੇਮਾਲ ਨਾ ਕਰੋ। ਜਿਹੜਾ ਦੇਸੀ ਸ਼ਰੀਂ ਹੈ, ਚਾਈਨਾ ਦਾ ਜਿਹੜਾ ਸ਼ਰੀਂ ਹੈ ਉਹਦਾ ਕੱਦ ਛੋਟਾ ਹੁੰਦਾ ਹੈ। ਦੇਸੀ ਸ਼ਰੀਂ ਦਾ ਕੱਦ 60-70 ਫੁੱਟ ਤੱਕ ਹੁੰਦਾ ਹੈ। ਇਹ ਇਹਦੀ ਅਲਾਮਤ ਹੈ। ਇਹਦਾ ਜਿਹੜਾ ਮਿਜ਼ਾਜ ਹੈ ਇਸ ਦਰਖਤ ਦਾ ਸਰਦ ਤੇ ਖੁਸ਼ਕ ਹੈ ਦੂਜੇ ਦਰਜੇ ਦੇ ਵਿੱਚ। ਇਹਦੇ ਫਾਇਦੇ ਹੈ ਖੂਨ ਵਾਸਤੇ ਮੁਸੱਫਾ ਖੂਨ ਹੈ, ਜਿਲਦ ਦੇ ਮਰਜ਼ਾਂ ਵਾਸਤੇ ਮੁਫੀਦ ਹੈ, ਅੱਖਾਂ ਦੀਆਂ ਮਰਜ਼ਾਂ ਵਾਸਤੇ ਮੁਫੀਦ ਹੈ। ਹੁਣ ਮੈਂ ਤੁਹਾਨੂੰ ਦੱਸਦਾ ਕਿ ਅੱਖਾਂ ਦੀਆਂ ਮਰਜ਼ਾਂ ਕਿੱਦਾਂ ਦੀਆਂ ਇਸਤੇਮਾਲ ਕਰਨਾ ਹੈ। ਕਿ ਇਹਦੇ ਬੀਜ ਲੈ ਲਓ, ਇਹਦੀਆਂ ਫਲੀਆਂ ਲੱਗਦੀਆਂ ਲੰਮੀਆਂ ਲੰਮੀਆਂ, ਹਰ ਫਲੀ ਦੇ ਵਿੱਚ 8-9-10 ਬੀਜ ਹੁੰਦੇ ਆ ਮੋਟੇ ਮੋਟੇ, ਉਹ ਲੈ ਲਓ। ਅਗਰ ਤੁਹਾਨੂੰ ਇਹੋ ਜਿਹੇ ਮੌਸਮ 'ਚ ਲੋੜ ਪੈ ਗਈ ਹੈ ਕਿ ਸ਼ਰੀਨ ਦੇ ਦਰਖਤ ਤੇ ਤੁਹਾਨੂੰ ਫਲੀਆਂ ਨਹੀਂ ਲੱਭਦੀਆਂ ਤੇ ਪਿਨਸਾਦ ਦੀ ਦੁਕਾਨ ਤੋਂ ਇਹਦੇ ਬੀਜ ਮਿਲ ਜਾਂਦੇ ਆ, ਉਹਦੇ ਕੋਲ ਲੈ ਲਓ ਤੇ ਉਹਨੂੰ ਖੂਬ ਬਰੀਕ ਪੀਸ ਕੇ ਕੱਪੜੇ ਦੇ ਵਿੱਚੋਂ ਛਾਣੋ। ਕੱਪੜੇ ਦੇ ਵਿੱਚੋਂ ਛਾਣਨ ਤੋਂ ਬਾਅਦ ਕਮ ਅਜ਼ ਕਮ 10 ਘੰਟੇ ਉਹਦੀ ਰਗੜਾਈ ਕਰੋ। ਉਹ 10 ਘੰਟੇ ਸਿਰਫ ਇੱਕ ਦਿਨ ਹੀ ਲਾਜ਼ਮੀ ਨਹੀਂ, ਰੋਜ਼ਾਨਾ ਅੱਧਾ ਘੰਟਾ ਉਹਨੂੰ ਰਗੜਦੇ ਰਹੋ ਤੇ 20 ਦਿਨਾਂ 'ਚ 10 ਘੰਟੇ ਮੁਕੰਮਲ ਹੋ ਜਾਣਗੇ। ਉਹ ਇੰਨਾ ਰਗੜੋ ਕਿ ਸੁਰਮੇ ਤਰ੍ਹਾਂ ਹੋ ਜਾਵੇ, ਅੱਖਾਂ ਦੇ ਵਿੱਚ ਪਾਉਣ ਦੇ ਕਾਬਲ ਹੋ ਜਾਵੇ, ਅੱਖਾਂ ਨੂੰ ਰੜਕੇ ਨਾ ਚੁਭੇ ਨਾ। ਉਹ ਰੋਜ਼ਾਨਾ ਸੁਬਹ ਸ਼ਾਮ ਸਲਾਈ ਦੇ ਨਾਲ ਅੱਖਾਂ ਦੇ ਵਿੱਚ ਉਹ ਸੁਰਮਾ ਪਾਇਆ ਜਾਵੇ। ਸਲਾਈ ਲੱਕੜੀ ਦੀ ਲੈਣੀ ਹੈ, ਕਿਸੇ ਹੋਰ ਸ਼ਾਇਦ ਦੀ ਨਹੀਂ ਲੈਣੀ। ਤੇ ਅੱਲਾ ਦੇ ਹੁਕਮ ਨਾਲ ਅੱਖਾਂ ਦੀਆਂ ਤਮਾਮ ਮਰਜ਼ਾਂ, ਅੱਖਾਂ ਦੇ ਅੱਗੇ ਜਾਲਾ ਹੁੰਦਾ, ਧੁੰਦ ਆਉਂਦੀ ਹੈ, ਮੋਤੀਆ ਵਾ ਜਾਂ ਨਜ਼ਰ ਕਮਜ਼ੋਰ ਹੈ, ਜੋ ਅੱਖਾਂ ਦੇ ਵਿੱਚ ਕੋਈ ਵੀ ਤਕਲੀਫ ਹੈ, ਤੇ ਉਹ ਅੱਲਾ ਦੇ ਹੁਕਮ ਨਾਲ ਥੋੜੇ ਦਿਨਾਂ ਦੇ ਵਿੱਚ ਹੀ ਉਹ ਖਤਮ ਹੋ ਜਾਏਗੀ। ਦੂਸਰਾ ਇਹਦਾ ਹੈ ਇਹਦੀ ਛਿੱਲ। ਇਹਦੀ ਛਿੱਲ ਦਵਾਈ ਦੇ ਤੌਰ ਤੇ ਇਸਤੇਮਾਲ ਹੁੰਦੀ ਹੈ। ਇਹ ਵੇਖੋ ਇਹਦਾ ਮੁੱਢ, ਇਹਦਾ ਮੁੱਢ, ਇਹਦਾ ਛਿੱਲੜ ਲਾ ਲਵੋ ਤੇ ਛਾਂ ਤੇ ਸੁਕਾਉਣਾ ਵਾ, ਧੁੱਪ ਤੇ ਨਹੀਂ ਸੁਕਾਉਣਾ। ਛਾਂ ਤੇ ਸੁਕਾਉਣ ਤੋਂ ਬਾਅਦ ਉਹਨੂੰ ਕੁੰਡੀ ਦੇ ਵਿੱਚ ਚੰਗੀ ਤਰ੍ਹਾਂ ਰਗੜ ਕੇ ਬਰੀਕ ਕਰ ਲਓ ਤੇ 2-2 ਮਾਸ਼ੇ ਸੁਬਹ ਸ਼ਾਮ ਸਫੂਫ ਦੁੱਧ ਦੇ ਨਾਲ ਖਾਣ ਦੇ ਨਾਲ ਜਿਸਮ ਦੇ ਵਿੱਚ ਤਾਕਤ ਆਉਂਦੀ ਹੈ। ਇਸ ਤੋਂ ਇਲਾਵਾ ਜਿਹੜੇ ਸ਼ਰੀਨ ਦੇ ਬੀਜ ਹੈ ਤੁਖਮ, ਉਹਨਾਂ ਦਾ ਸਫੂਫ 2-2 ਮਾਸ਼ੇ ਸੁਬਹ ਸ਼ਾਮ ਖਾਲੀ ਪੇਟ ਪਾਣੀ ਨਾਲ ਖਾਧੇ ਜਾਣ ਤੇ ਉਹ ਬਵਾਸੀਰ ਵਾਸਤੇ ਮੁਫੀਦ ਆ। ਇਸ ਤੋਂ ਇਲਾਵਾ ਖੂਨ ਨੂੰ ਸਾਫ਼ ਕਰਨ ਵਾਸਤੇ ਵੀ ਮੁਫੀਦ ਆ। ਜੇ ਜਿਸਮ ਦੇ ਉੱਤੇ ਸੋਜਾਂ ਪਈਆਂ ਹੋਣ, ਸੋਜਾਂ ਨਹੀਂ ਹਟਦੀਆਂ, ਉਹਦਾ ਇਹ ਹੈ ਇਹਦੇ ਪੱਤੇ ਤੋੜ ਲਓ, ਤਕਰੀਬਨ ਅੱਧੇ ਕੁ ਛਟਾਂਗ ਪੱਤੇ ਤੋੜ ਲਵੋ, ਇੱਕ ਪਾਈਆ ਪਾਣੀ ਦੇ ਵਿੱਚ ਉਹਨੂੰ ਉਬਾਲ ਕੇ ਚੰਗੀ ਤਰ੍ਹਾਂ ਉਹਦਾ ਜੁਸ਼ਾਂਦਾ ਖਾਣਾ ਖਾਣ ਤੋਂ ਬਾਅਦ ਸੁਬਹ ਸ਼ਾਮ ਪੀਤਾ ਜਾਵੇ ਤੇ ਉਹ ਜਿਸਮ ਤੇ ਸੋਜਾਂ ਖਤਮ ਹੋ ਜਾਣਗੀਆਂ। ਇਸ ਤੋਂ ਇਲਾਵਾ ਪੱਤਿਆਂ ਦਾ ਇਹੀ ਜੁਸ਼ਾਂਦਾ ਜਿਹੜਾ ਯਕਾਨ ਵਾਸਤੇ ਮੁਫੀਦ ਆ। ਲੇਕਿਨ ਇਹਦਾ ਇੱਕ ਹੈ ਕਿ ਜਿਹੜੇ ਬੰਦਿਆਂ ਦਾ ਮਿਜ਼ਾਜ ਖੁਸ਼ਕ ਹੈ ਉਹਨਾਂ ਬੰਦਿਆਂ ਨੂੰ ਇਹ ਮੁਆਫਕ ਨਹੀਂ ਹੁੰਦਾ, ਥੋੜਾ ਜਿਹਾ ਨੁਕਸਾਨ ਹੁੰਦਾ, ਤਬੀਅਤ ਖਰਾਬ ਹੁੰਦੀ ਹੈ। ਉਹਦਾ ਤਰੀਕਾ ਇਹ ਹੈ ਕਿ ਇਹਨਾਂ ਦੇ ਵਿੱਚ ਗਾਂ ਦਾ ਜਾਂ ਮੱਝ ਦਾ ਕੋਈ ਥੋੜਾ ਜਿਹਾ ਘਿਓ ਮਿਲਾ ਲਓ ਤੇ ਫਿਰ ਉਹਦਾ ਨੁਕਸਾਨ ਖਤਮ ਹੋ ਜਾਏਗਾ। ਫਿਰ ਜਿਹੜੇ ਖੁਸ਼ਕ ਮਿਜ਼ਾਜ ਆ ਉਹਨਾਂ ਨੂੰ ਵੀ ਇਹਦਾ ਫਾਇਦਾ ਹੀ ਹੋਏਗਾ, ਨੁਕਸਾਨ ਨਹੀਂ ਹੋਏਗਾ, ਉਹਨਾਂ ਦੇ ਮੁਵਾਫਕ ਆ ਜਾਏਗਾ। ਇਹਦੀ ਛਿੱਲ ਨੂੰ, ਇਹ ਜਿਹੜਾ ਦਰਖਤ ਆ ਸ਼ਰੀਂ, ਇਹਦਾ ਜਿਹੜਾ ਛਿੱਲੜ ਆ ਉਹਨੂੰ ਪਾਣੀ ਦੇ ਵਿੱਚ ਉਬਾਲ ਕੇ ਉਹਦਾ ਜੁਸ਼ਾਂਦਾ ਬਣਾ ਕੇ ਕੁਲਡੀਆਂ ਕੀਤੀਆਂ ਜਾਣ ਤੇ ਦੰਦ ਤੇ ਮਸੂੜੇ ਮਜ਼ਬੂਤ ਹੁੰਦੇ ਆ। ਇਸ ਤੋਂ ਇਲਾਵਾ ਜੇ ਇਸ ਬੰਦੇ ਦਾ ਸਿਰ ਦੇ ਵਿੱਚ ਜੰਮਿਆ ਹੋਇਆ ਨਜ਼ਲਾ ਹੈ, ਉਹਦੇ ਵਾਸਤੇ ਇਹਦਾ ਇਹ ਆ ਵੀ ਇਹਦੀਆਂ ਬੀਜਾਂ ਦਾ ਜਾਂ ਇਹਦੀਆਂ ਫਲੀਆਂ ਦਾ ਸਫੂਫ, ਇਹਦੀਆਂ ਫਲੀਆਂ ਲਾ ਲਓ ਜਾਂ ਇਹਦੇ ਬੀਜ ਲੈ ਲਓ ਤੇ ਬਹੁਤ ਬਰੀਕ ਪੀਸੋ ਤੇ ਉਹ ਥੋੜੀ ਜਿਹੀ ਇੱਕ ਚੂੰਡੀ ਨੱਕ ਦੇ ਨਾਲ ਲਾ ਕੇ ਉੱਪਰ ਨੂੰ ਖਿੱਚੋ ਦੋਵਾਂ ਨਾਸਾਂ ਦੇ ਵਿੱਚੋਂ ਤੇ ਉਹਦਾ ਜਿਹੜਾ ਬੰਦ ਜ਼ੁਕਾਮ, ਬੰਦ ਨਜ਼ਲਾ ਉਹ ਖਤਮ ਹੋ ਜਾਏਗਾ, ਉਹਦਾ ਨਜ਼ਲਾ ਵਗ ਪਏਗਾ। ਜਿਹੜਾ ਸਿਰ ਦੇ ਵਿੱਚ ਜੰਮਿਆ ਹੋਇਆ ਉਹਦਾ ਸਿਰ ਸਾਫ਼ ਹੋ ਜਾਏਗਾ। ਜਿਹੜੀ ਹਰ ਟਾਈਮ ਉਹਨੂੰ ਤਕਲੀਫ ਰਹਿੰਦੀ ਸਿਰ ਦੇ ਵਿੱਚ
ਉਹ ਇਨਸ਼ਾ ਅੱਲਾ ਖਤਮ ਹੋ ਜਾਏਗੀ। ਇਸ ਤੋਂ ਇਲਾਵਾ ਇਹਦੇ ਬੀਜਾਂ ਦਾ ਤੇਲ ਨਿਕਲਦਾ ਹੈ। ਕਮ ਸੇ ਕਮ 1 ਕਿਲੋ ਬੀ ਇਹਦੇ ਲਵੋ ਤੇ ਸ਼ਹਿਦ ਦੇ ਵਿੱਚੋਂ ਸਪਾਈਲਰ ਤੋਂ ਉਹਦਾ ਤੇਲ ਕਢਵਾਓ। ਤੇਲ ਕਢਵਾ ਕੇ ਉਹਨੂੰ ਰੱਖ ਲਓ। ਉਹ ਜਿਹੜਾ ਤੇਲ ਹੈ ਉਹ ਫੁਲਵੈਰੀ ਦੇ ਦਾਗਾਂ ਤੇ ਲਾਇਆ ਜਾਵੇ ਤੇ ਫੁਲਵੈਰੀ ਨੂੰ ਆਰਾਮ ਆ ਜਾਏਗਾ, ਫੁਲਵੈਰੀ ਦੇ ਦਾਗ ਖਤਮ ਹੋ ਜਾਣਗੇ। ਇਹਦਾ ਜਿਹੜਾ ਛਿੱਲੜ ਹੈ ਉਹ 1 ਤੋਲਾ ਅੱਧਾ ਕਿਲੋ ਪਾਣੀ ਦੇ ਵਿੱਚ ਉਬਾਲੋ। ਜਦੋਂ ਪਾਣੀ ਪੱਕ ਕੇ ਅੱਧਾ ਪਾਇਆ ਰਹਿ ਜਾਵੇ, ਉਹ ਛਾਣ ਕੇ ਮਰੀਜ਼ ਨੂੰ ਪਿਲਾਓ ਤੇ ਇਹਦੀਆਂ ਹਰ ਕਿਸਮ ਦੀਆਂ ਸੋਜਾਂ, ਇਹ ਉਸ ਤੋਂ ਵੀ ਜ਼ਿਆਦਾ ਬਿਹਤਰ ਤਰੀਕਾ ਪੱਤਿਆਂ ਦੇ ਜੁਸ਼ਾਂਦੇ ਨਾਲੋਂ ਵੀ ਸੋਜਾਂ ਖਤਮ ਹੋ ਜਾਣਗੀਆਂ। ਇਹਦਾ ਛਿੱਲੜ ਸ਼ੂਗਰ ਦੇ ਜ਼ਖਮ ਵਾਸਤੇ ਬਹੁਤ ਹੀ ਫਾਇਦਾਮੰਦ ਹੈ। ਉਹਦਾ ਮੈਂ ਤੁਹਾਨੂੰ ਤਰੀਕਾ ਦੱਸਦਾ ਉਹ ਕਿੱਦਾਂ ਕਿ ਇਹਦਾ ਛਿੱਲੜ ਲਾ ਲਓ ਤੇ ਛਾਂ ਤੇ ਸੁਕਾਉਣਾ ਹੈ। ਜਦੋਂ ਛਾਂ ਤੇ ਚੰਗੀ ਤਰ੍ਹਾਂ ਸੁੱਕ ਜਾਵੇ ਤੇ ਉਹਨੂੰ ਬਹੁਤ ਬਰੀਕ ਪੀ ਲੈਣਾ ਕੁੰਡੀ ਦੇ ਵਿੱਚ। ਪੀਣ ਤੋਂ ਬਾਅਦ ਛਾਨਣੀ ਨਾਲ ਛਾਣ ਕੇ ਜਾਂ ਕੱਪੜ ਛਾਣ ਕਰ ਲਓ ਤਾਂ ਬਹੁਤ ਹੀ ਚੰਗੀ ਸ਼ੈ ਹੈ। ਉਹ ਸ਼ੂਗਰ ਦੇ ਜ਼ਖਮ ਤੇ ਉਹ ਜਿਹੜਾ ਸਫੂਫ ਹੈ ਇਹਦੇ ਛਿੱਲੜ ਦਾ ਉਹ ਛਿੜਕੋ। ਉਹ ਪਾਊਡਰ ਜਿਹੜਾ ਇਹਦਾ ਸਫੂਫ ਆ ਜ਼ਖਮ ਤੇ ਚਿੰਬੜ ਜਾਏਗਾ, ਉਹ ਲੈਣਾ ਨਹੀਂਗਾ ਤੇ ਉਹਨੂੰ ਉਦਾਂ ਹੀ ਲੱਗਾ ਰਹਿਣ ਦਿਓ। ਤੇ 1 ਹਫ਼ਤੇ ਬਾਅਦ ਉਹ ਜਿਹੜਾ ਸ਼ੂਗਰ ਦਾ ਜ਼ਖਮ ਆ ਇਨਸ਼ਾ ਅੱਲਾ ਬਿਲਕੁਲ ਸਹੀ ਹੋ ਜਾਏਗਾ। ਤੇ ਇਸ ਦੌਰਾਨ ਜੇ ਮਸਲਨ ਉਹ ਜਿਹੜਾ ਹੈ ਹਿੱਸਾ ਜ਼ਖਮ ਦਾ ਉਹ ਵਜ਼ੂ ਵਾਲਾ ਹਿੱਸਾ ਹੈ ਤੇ ਉਹਦੇ ਉੱਤੇ ਮਸਾ ਕਰ ਲਓ। ਕਿਸੇ ਆਲਮੇ ਦੀਨ ਨੂੰ ਪੁੱਛ ਲਓ ਕਿ ਇਹ ਅਸੀਂ ਜੀ ਦਵਾਈ ਲਾਈ ਹੈ ਤੇ ਪਾਣੀ ਤਾਂ ਪਹੁੰਚਦਾ ਨਹੀਂ ਤੇ ਸਾਡੇ ਵਜ਼ੂ ਦੇ ਮਤਲਬ ਕੀ ਹੁਕਮ, ਅਸੀਂ ਮਸਾ ਕਰ ਸਕਦੇ ਹਾਂ ਜਾਂ ਕਿੱਦਾਂ? ਆਲਮੇ ਦੀਨ ਸਾਹਿਬ ਤੁਹਾਨੂੰ ਉਹਦੇ ਮੁਤਲਕ ਇਹ ਮਸਲਾ ਸਮਝਾ ਦੇਣਗੇ। ਹਾਂਜੀ ਭਾਈਓ, ਵੀਡੀਓ ਤੁਸੀਂ ਸਾਡੀ ਵੇਖ ਲਈ ਹੈ। ਹੁਣ ਮੈਂ ਕੁਝ ਤੁਹਾਨੂੰ ਮਾਲੂਮਾਤ ਹੋਰ ਦੇਣੀਆਂ ਨੇ ਕਿ ਬੰਦਿਆਂ ਦੇ ਜਿਹੜੇ ਪੋਸ਼ੀਦਾ ਮਰਜ਼ ਆ, ਪੋਸ਼ੀਦਾ ਮਸਲੇ ਆ, ਉਹਦੇ ਵਾਸਤੇ ਇਹ ਵੇਖੋ ਸਾਡੇ ਕੋਲ ਇਹ ਦਵਾਈਆਂ ਮੌਜੂਦ ਆ, ਕਾਮਯਾਬ ਦਵਾਈਆਂ। ਜੇ ਕਿਸੇ ਭਾਈ ਨੂੰ ਇਹ ਚਾਹੀਦੀਆਂ ਹੋਣ ਤੇ ਸਾਡੇ ਕੋਲ ਮੰਗਵਾ ਸਕਦਾ। ਇਸ ਤੋਂ ਇਲਾਵਾ ਬੁੱਢੀਆਂ ਦੇ ਪੋਸ਼ੀਦਾ ਮਰਜ਼ਾਂ ਦੀਆਂ ਦਵਾਈਆਂ ਵੀ ਸਾਡੇ ਕੋਲ ਹੈਗੀਆਂ। ਮਿਹਦੇ ਦੇ ਮਰਜ਼, ਬਵਾਸੀਰ, ਦਿਮਾਗ ਦੇ ਤਮਾਮ ਮਰਜ਼, ਜੋੜਾਂ ਦਾ ਦਰਦ, ਕੈਂਸਰ, ਗੰਜ ਦਾ ਤੇਲ, ਗੰਦੇ ਖਰਾਬ ਜ਼ਖਮਾਂ ਦੀਆਂ ਵੀ ਕਾਮਯਾਬ ਦਵਾਈਆਂ ਸਾਡੇ ਕੋਲ ਹੈਗੀਆਂ। ਤੁਸੀਂ ਜਾਂ ਤਾਂ ਸਾਨੂੰ ਮਿਲ ਕੇ ਸਾਡੇ ਕੋਲ ਆ ਕੇ ਲੈ ਲਓ, ਜੇ ਨਹੀਂ ਤੇ ਬਦਲਈਆ TCS ਵੀ ਅਸੀਂ ਤੁਹਾਨੂੰ ਭੇਜ ਸਕਦੇ ਹਾਂ। ਤੁਸੀਂ ਆਰਡਰ ਦਿਓ। ਤੇ ਸਾਡੀ ਇਹ ਵੀਡੀਓ ਅਗਰ ਜੇ ਤੁਹਾਨੂੰ ਪਸੰਦ ਆਈ ਹੈ ਤੇ ਇਹਨੂੰ ਸਬਸਕ੍ਰਾਈਬ ਤੇ ਲਾਈਕ ਕਰੋ। ਤੇ ਜੇ ਕਿਸੇ ਭਾਈ ਭੈਣ ਨੇ ਕੋਈ ਮਸ਼ਵਰਾ ਲੈਣਾ ਹੋਵੇ, ਕੋਈ ਗੱਲ ਪੁੱਛਣੀ ਹੋਵੇ, ਕੋਈ ਸਵਾਲ ਪੁੱਛਣਾ ਹੋਵੇ ਤੇ ਕਮੈਂਟ ਕਰੋ। ਆਖਰ ਤੇ ਐਲਾਨ ਸੁਣ ਲਓ। ਮੇਰੇ ਨਾਲ ਕਾਲ ਕਰਨ ਵਾਸਤੇ ਨੰਬਰ ਮੇਰਾ ਨੋਟ ਕਰ ਲਓ, ਹਕੀਮ ਮੁਹੰਮਦ ਤਾਹਿਰ ਮਹਿਮੂਦ 0310 80 36 552। ਇਹ ਜਿਸ ਕਿਸੇ ਭਾਈ ਨੇ ਕਾਲ ਕਰਕੇ ਕੋਈ ਗੱਲ ਪੁੱਛਣੀ ਹੋਵੇ ਇਸ ਨੰਬਰ ਤੇ ਮੈਨੂੰ ਕਾਲ ਕਰ ਸਕਦਾ, ਸੁਬਹ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ। ਇਸ ਤੋਂ ਇਲਾਵਾ ਜੇ ਕਿਸੇ ਨੇ WhatsApp ਤੇ ਰਾਬਤਾ ਕਰਨਾ ਹੋਵੇ, ਮੈਸੇਜ ਭੇਜਣਾ ਹੋਵੇ ਤਾਂ ਮੇਰਾ ਸਾਥੀ ਹੈ, ਉਹਦਾ ਨੰਬਰ ਹੈ WhatsApp ਨੰਬਰ, ਉਹ ਨੋਟ ਕਰ ਲਓ। ਉਹ ਵੀ ਸੁਬਹ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਉਹਨੂੰ ਤੁਸੀਂ ਮੈਸੇਜ ਕਰ ਸਕਦੇ ਹੋ। ਉਹ ਮੈਨੂੰ ਦੱਸ ਦੇਗਾ, ਉਹਦਾ ਜਵਾਬ ਵੀ ਤੁਹਾਨੂੰ ਦੇ ਦਿੱਤਾ ਜਾਏਗਾ। ਉਹ ਨੰਬਰ WhatsApp ਇਹ ਹੈ 0308 448 5084। ਸਭ ਮੁਸਲਮਾਨ ਭਾਈਆਂ ਨੂੰ अस्सलाम वालेकुम।